ਵੀ ਸੈਕਿੰਡ ਵੇਵ ਬਾਰ-ਬਾਰ ਸੁਣ ਰਹੇ ਹਾਂ ਕੀ ਹੈ ਸੈਕਿੰਡ ਵੇਵ। ਕਿ ਇਹ ਕੇਸਿਸ ਦੁਬਾਰਾ ਉਸੇ ਤਰ੍ਹਾਂ ਪੀਕ ਹੋਣੀ ਸ਼ੁਰੂ ਹੋ ਜਾਏਗੀ। ਹੁਣ ਤੱਕ ਇਹਦੀ ਜਿਹੜੀ ਦਵਾਈਆਂ ਕੁਝ ਹੈਗੀਆਂ ਨੇ ਕੰਮ ਕਰਦੀਆਂ ਨੇ। ਲੋਕਾਂ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਸੀ ਕਿ ਹੁਣ ਵੀ ਸਾਡੀਆਂ ਤਿਆਰੀਆਂ ਉਨੀਆਂ ਕੁ ਹੀ ਰਹਿ ਗਈ। ਜਿਹੜਾ ਚੀਜ਼ ਹੈਗੀ ਹੈ, ਜਿਹੜੇ ਪੇਸ਼ੈਂਟ ਜੇ ਡਿਨੋਮੀਨੇਟਰ ਜੇ ਨੰਬਰ ਆਫ ਪੇਸ਼ੈਂਟਸ ਇੰਨੇ ਵੱਧ ਜਾਂਦੇ ਨੇ। ਕਰੋਨਾ ਕੁਛ ਹੈ ਹੀ ਨਹੀਂ। ਹੁਣ ਦੇਖੋ ਅਸੀਂ ਆਰਾਮ ਨਾਲ ਘੁੰਮ ਰਹੇ ਹਾਂ, ਬਾਜ਼ਾਰਾਂ ਵਿੱਚ ਵੀ ਆਰਾਮ ਨਾਲ ਘੁੰਮ ਰਹੇ ਹਾਂ। ਜੇ ਤਾਂ ਬਿਮਾਰੀ ਨਾ ਹੁੰਦੀ ਤਾਂ ਕਿਉਂ ਪੇਸ਼ੈਂਟ ਸਾਡੇ ਐਡਮਿਟ ਹੁੰਦੇ। ਪਲੱਸ ਇੱਕ ਹੋਰ ਹੈਗਾ ਕਿ ਜਿਹੜਾ ਹੈਗਾ ਨਾਲ ਫੇਸ ਸ਼ੀਲਡ ਵੀ ਯੂਜ਼ ਕਰਨੀ ਚਾਹੀਦੀ। ਨਾਲ ਬੈਠ ਕੇ ਰੋਟੀ ਚਾਹ ਬਗੈਰ ਮਾਸਕ ਤੇ ਇਹ ਸਭ ਤੋਂ ਵੱਡਾ ਰਿਸਕ ਫੈਕਟਰ ਹੈ। ਬਟ ਨਵੰਬਰ ਜਦੋਂ ਐਂਡ ਆਉਣਾ ਸ਼ੁਰੂ ਹੋਇਆ ਤਾਂ ਕੇਸਿਸ ਥੋੜ੍ਹੇ ਜਿਹੇ ਵਧਣੇ ਸ਼ੁਰੂ ਹੋ ਗਏ। ਜੇ ਤਾਂ ਵੈਕਸੀਨ ਆ ਜਾਂਦੀ ਹੈ, ਉਸ ਤੋਂ ਪਹਿਲਾਂ ਫਾਈਜ਼ਰ ਦੀ ਸੁਣਿਆ ਕਿ ਮਤਲਬ ਕਾਫੀ ਹੱਦ ਤੱਕ ਐਡਵਾਂਸ ਸਟੇਜ ਵਿੱਚ ਹੈਗੀ ਹੈ। ਕਰੋਨਾ ਵਾਇਰਸ ਸ਼ਾਇਦ ਇਹ ਨਾਮ ਤੁਸੀਂ ਭੁੱਲ ਗਏ ਹੋਵੋਗੇ, ਪਰ ਤੁਹਾਨੂੰ ਦੱਸ ਦਈਏ ਵੀ ਹਲੇ ਵੀ ਕਰੋਨਾ ਵਾਇਰਸ ਪੰਜਾਬ ਤੇ ਲੁਧਿਆਣੇ 'ਚ ਖਤਮ ਨਹੀਂ ਹੋਇਆ। ਜੇ ਆਪਾਂ ਪਿਛਲੇ ਹਫਤੇ ਦੀ ਗੱਲ ਕਰੀਏ ਤਾਂ ਲਗਭਗ 100 ਦੇ ਮਰੀਜ਼ ਲਗਾਤਾਰ ਆਉਣੇ ਸ਼ੁਰੂ ਹੋ ਗਏ ਅਤੇ ਸੈਕਿੰਡ ਵੇਵ ਦੀ ਗੱਲ ਲਗਾਤਾਰ ਸਾਹਮਣੇ ਆ ਰਹੀ ਹੈ। ਪਰ ਕਿੱਦਾਂ ਦੀ ਉਹ ਸੈਕਿੰਡ ਵੇਵ ਹੋ ਸਕਦੀ ਹੈ, ਕਿ ਸੈਕਿੰਡ ਵੇਵ ਗੱਲਾਂ ਹੀ ਨੇ ਜਾਂ ਸੈਕਿੰਡ ਵੇਵ ਆਊਗੀ, ਕਿਸ ਤਰ੍ਹਾਂ ਦੀ ਆਊਗੀ। ਗੱਲ ਇਹ ਵੀ ਹੈ ਵੀ ਅਸੀਂ ਵੀ ਕਰੋਨਾ ਨੂੰ ਹੁਣ ਭੁੱਲ ਚੁੱਕੇ ਹੋਏ ਹਾਂ। ਮਾਸਕ ਕੀ ਹੁੰਦੇ ਸੀ, ਸੈਨੀਟਾਈਜ਼ਰ ਕੀ ਹੁੰਦੇ ਸੀ, ਅਸੀਂ ਭੁੱਲ ਚੁੱਕੇ ਹੋਏ ਹਾਂ। ਆਮ ਦੁਕਾਨਾਂ 'ਤੇ ਹੁਣ ਸੈਨੀਟਾਈਜ਼ਰਸ ਗਾਇਬ ਹੋ ਗਏ ਆ, ਦੇਖਣ ਨੂੰ ਨਹੀਂ ਮਿਲਦੇ। ਅਤੇ ਸੈਕਿੰਡ ਵੇਵ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਹਰਮੀਤਪਾਲ ਸਿੰਘ ਧੁਰੀਆਂ ਮੌਜੂਦ ਹੈ। ਹਰਮੀਤਪਾਲ ਸਿੰਘ ਧੁਰੀਆਂ ਬਾਰੇ ਦੱਸ ਦਈਏ ਵੀ ਸੀਨੀਅਰ ਕੰਸਲਟੈਂਟ ਮੈਡੀਸਿਨ ਡਿਪਾਰਟਮੈਂਟ ਆਫ DMC ਤੋਂ ਇਹ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਧੁਰੀਆ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਨਾਲ ਹੀ ਮੈਂ ਸਭ ਤੋਂ ਪਹਿਲਾਂ ਸਵਾਲ ਇਹੀ ਪੁੱਛਣਾ ਚਾਹਾਂਗਾ ਵੀ ਸੈਕਿੰਡ ਵੇਵ ਬਾਰ-ਬਾਰ ਸੁਣ ਰਹੇ ਹਾਂ ਕੀ ਹੈ ਸੈਕਿੰਡ ਵੇਵ। ਜਦੋਂ ਫਸਟ ਵੇਵ ਦਾ ਸੀ, ਜਦੋਂ ਪੀਕ ਸਤੰਬਰ ਵਿੱਚ ਸੀ ਕਿ ਪੂਰੇ ਲੁਧਿਆਣੇ ਸ਼ਹਿਰ ਵਿੱਚ ਬੈੱਡ ਮਿਲਣਾ ਮੁਸ਼ਕਿਲ ਹੋ ਗਿਆ ਸੀ। ਉਹ ਵੇਵ ਤੱਕ ਜਿਹੜੀ ਹੈਗੀ ਆ ਅਕਤੂਬਰ ਪਹਿਲੇ ਹਫਤੇ ਤੱਕ ਚੱਲੀ। ਫਿਰ ਉਸ ਤੋਂ ਬਾਅਦ ਘਟਦੇ ਜਿਹੜੀ ਹੈਗੀ ਹੁਣ ਇੱਥੇ ਤੱਕ ਪਹੁੰਚ ਗਈ ਹੈਗੀ ਸੀ ਕਿ ਸਿਰਫ DMC ਵਿੱਚ 40-50 ਪੇਸ਼ੈਂਟ ਰਹਿ ਗਏ ਸੀ। ਪਰ ਹੁਣ ਪਿਛਲੇ ਕੁਝ 2 ਹਫ਼ਤੇ ਤੋਂ ਫਿਰ ਦੁਬਾਰਾ ਪੇਸ਼ੈਂਟਸ ਐਡਮਿਸ਼ਨ ਨੰਬਰ ਵੱਧ ਗਿਆ। ਤਕਰੀਬਨ ਰੋਜ਼ ਦਾ 10 ਐਡਮਿਸ਼ਨਸ ਹੋ ਰਹੀਆਂ ਨੇ, ਟੂ ਦ ਪੁਆਇੰਟ ਕਿ ਹੁਣ ਤਕਰੀਬਨ 90-100 ਪੇਸ਼ੈਂਟ ਤੱਕ ਫਿਰ ਦੁਬਾਰਾ ਪਹੁੰਚ ਗਏ ਹਾਂ। ਜੇ ਆਪਾਂ ਦਿੱਲੀ ਦਾ ਟ੍ਰੈਂਡ ਫੋਲੋ ਕਰੀਏ, ਕਿਉਂਕਿ ਆਪਾਂ ਤਕਰੀਬਨ 15 ਦਿਨ ਬੰਬੇ ਤੋਂ ਦਿੱਲੀ ਤੋਂ ਪਿੱਛੇ ਚੱਲ ਰਹੇ ਸੀ ਉਸ ਟਾਈਮ ਵੀ। ਸੋ ਉਸ ਟਾਈਮ ਵੀ ਜਿਹੜਾ ਹੈਗਾ ਹੁਣ ਕੇਸਿਸ ਜਿਹੜੇ ਹੈਗੇ ਨੇ, ਜੇ ਦਿੱਲੀ ਹੁਣ ਗੇਅਰ ਅਪ ਹੋ ਰਿਹਾ ਟੂ ਦ ਸੈਕਿੰਡ ਵੇਵ ਕਿ ਇਹ ਕੇਸਿਸ ਦੁਬਾਰਾ ਉਸੇ ਤਰ੍ਹਾਂ ਪੀਕ ਹੋਣੀ ਸ਼ੁਰੂ ਹੋ ਜਾਏਗੀ। ਜੇ ਇੱਦਾਂ ਹੀ ਵੱਧਦੇ ਗਏ ਕੇਸਿਸ ਤੇ ਸਤੰਬਰ ਵਾਲਾ ਹਾਲ ਆਉਣ ਦੀ ਦੇਰ ਨਹੀਂ। ਇਹੀ ਸੈਕਿੰਡ ਵੇਵ ਹੈ ਜਿੰਦੀ ਕਿ ਤਿਆਰੀ ਅਸੀਂ ਤਾਂ ਰੱਖੇ ਹੋਏ ਹਾਂ। ਪਰ ਮੇਰੀ ਸ਼ਹਿਰ ਵਾਲਿਆਂ ਨੂੰ ਇਹੀ ਬੇਨਤੀ ਹੈ ਕਿ ਆਪਾਂ ਇਸ ਚੀਜ਼ ਨੂੰ ਨਾ ਭੁੱਲੀਏ। ਜਦੋਂ ਬੈੱਡ ਨਹੀਂ ਮਿਲਦਾ, ਆਪਣਾ ਨੇੜੇ ਦਾ ਬੰਦਾ ਸੀਰੀਅਸ ਹੁੰਦਾ, ਉਹ ਬਹੁਤ ਇੱਕ ਵੱਡਾ ਟਰੋਮਾ ਹੈਗਾ। ਹੁਣ ਤੱਕ ਇਹਦੀ ਜਿਹੜੀ ਦਵਾਈਆਂ ਕੁਝ ਹੈਗੀਆਂ ਨੇ ਕੰਮ ਕਰਦੀਆਂ ਨੇ, ਪਰ ਉੱਦਾਂ ਦੀ ਦਵਾਈਆਂ ਨਹੀਂ ਹੈਗੀਆਂ ਜੇ ਆਪਾਂ ਕਹੀਏ ਕਿ ਸ਼ਾਰਟ ਜਿਹੜੀ ਹੈਗੀਆਂ ਨੇ ਕਿ 100% ਕੰਮ ਕਰਨਗੀਆਂ। ਤਾਂ ਸਭ ਤੋਂ ਚੰਗਾ ਤਾਂ ਇਹੀ ਹੈ ਕਿ ਇਸ ਬਿਮਾਰੀ ਤੋਂ ਆਪਾਂ ਬਚਿਆ ਜਾਏ। ਡਾਕਟਰ ਧੁਰੀਆ ਜੀ, ਤੁਸੀਂ ਗੱਲ ਕਹੀ ਹੈ ਵੀ ਸਤੰਬਰ ਵਰਗੇ ਹਾਲਾਤ ਹੋ ਸਕਦੇ ਆ। ਸਤੰਬਰ ਵਿੱਚ ਅਸੀਂ ਦੇਖਿਆ ਸੀ, ਉਸ ਸਮੇਂ ਮੈਂ ਵੀ ਫੀਲਡ 'ਚ ਸੀ, ਵੀ ਲੋਕਾਂ ਨੂੰ ਬੈਡਸ ਨਹੀਂ ਮਿਲਦੇ ਸੀ, ਕੁਛ ਵੀ ਨਹੀਂ ਮਿਲਦਾ ਸੀ, ਵੀ ਲੋਕਾਂ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਸੀ ਕਿ ਹੁਣ ਵੀ ਸਾਡੀਆਂ ਤਿਆਰੀਆਂ ਉਨੀਆਂ ਕੁ ਹੀ ਰਹਿ ਗਈਆਂ ਜਾਂ ਤਿਆਰੀਆਂ ਉਸ ਤੋਂ ਵੱਧ ਹੈਗੀਆਂ ਨੇ, ਜਾਂ ਫਿਰ ਉਹੀ ਹਾਲਾਤ ਹੋ ਜਾਣਗੇ। ਤਿਆਰੀ ਤੋਂ ਪਹਿਲਾਂ ਤਾਂ ਹਮੇਸ਼ਾ ਬੈਟਰ ਹੀ ਹੁੰਦੀ ਹੈ। ਬਿਕੋਜ਼ ਅਸੀਂ ਵੀ ਕਿਉਂਕਿ ਪਹਿਲੀ ਵਾਰੀ ਇਹ ਬਿਮਾਰੀ ਆਈ ਹੈ, ਅਸੀਂ ਵੀ ਇਹਦੇ ਤੋਂ ਕੁਝ ਸਿੱਖੇ ਹਾਂ। ਟਰੀਟਮੈਂਟ ਹੋਰ ਰਿਫਾਈਨ ਹੋ ਰਿਹਾ ਇਹਦਾ ਰੋਜ਼ ਇੱਕ ਮਤਲਬ ਜਿਹੜਾ ਹੈਗਾ ਕੋਈ ਨਵੀਂ ਦਵਾਈ ਦੇ ਵੀ ਅਸਾਰ ਹੈਗੇ ਨੇ। ਬਟ ਜਿਹੜਾ ਚੀਜ਼ ਹੈਗੀ ਹੈ, ਜਿਹੜੇ ਪੇਸ਼ੈਂਟ ਜੇ ਡਿਨੋਮੀਨੇਟਰ ਜੇ ਨੰਬਰ ਆਫ ਪੇਸ਼ੈਂਟਸ ਇੰਨੇ ਵੱਧ ਜਾਂਦੇ ਨੇ ਅਤੇ ਆਕਸੀਜਨ ਜਿਨ੍ਹਾਂ ਨੂੰ ਲੋੜ ਹੋਏਗੀ ਉਹ ਵੀ ਵਧਣਗੇ। ਅਤੇ ਜੇ ਉਹ ਵਧਣਗੇ ਤਾਂ ਡਾਕਟਰ ਤਾਂ ਤਿਆਰ ਹੈ ਉਹਨਾਂ ਨੂੰ, ਬਟ ਨੰਬਰ ਆਫ ਬੈਡਸ ਜਿਹੜੇ ਬਹੁਤ ਜ਼ਿਆਦਾ ਹੋ ਜਾਣਗੇ ਤਾਂ ਸਿਸਟਮ ਇੰਨੇ ਸਾਰੇ ਬੈਡਸ ਕ੍ਰੀਏਟ ਕਰਨੇ ਅਤੇ ਹੈਂਡਲ ਕਰਨੇ ਇਜ਼ ਆਲਵੇਜ਼ ਅ ਚੈਲੰਜ। ਸੋ ਮੇਰੀ ਉਹੀ ਹੈ ਕਿ ਆਪਾਂ ਨੂੰ ਇਹ ਬਿਮਾਰੀ ਤੋਂ ਇੱਕੋ ਹੀ ਤਰੀਕਾ ਹੈ ਕਿ ਆਪਾਂ ਬਚਣ ਦਾ, ਕਿ ਆਪਾਂ ਜਿਹੜਾ ਹੈਗਾ ਸੋਸ਼ਲ ਡਿਸਟੈਂਸਿੰਗ, ਹੈਂਡ ਹਾਈਜੀਨ ਅਤੇ ਮਾਸਕ ਉਹ ਪਹਿਲਾਂ ਵਰਗੀ ਹੀ ਮਤਲਬ ਤਰੀਕੇ ਨਾਲ ਕਰੀਏ। ਹੁਣ ਵੀ ਜਿਹੜਾ ਇਹੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਕੇ ਰੱਖਣ।
ਤੁਰਿਆ ਜੀ, ਇੱਕ ਗੱਲ ਮੈਂ ਹੋਰ ਕਹਾਂਗਾ ਵੀ ਲੋਕਾਂ ਦੇ ਦਿਮਾਗ 'ਚ ਆ ਗਿਆ ਵੀ ਕਰੋਨਾ ਦੀ ਸਭ ਕੁਝ ਫੇਕ ਸੀਗਾ, ਇਹ ਤਾਂ ਫੇਕ ਬਿਮਾਰੀ ਫੈਲਾਈ ਗਈ ਸੀ, ਕਰੋਨਾ ਕੁਛ ਹੈ ਹੀ ਨਹੀਂ। ਹੁਣ ਦੇਖੋ ਅਸੀਂ ਆਰਾਮ ਨਾਲ ਘੁੰਮ ਰਹੇ ਹਾਂ, ਬਾਜ਼ਾਰਾਂ 'ਚ ਵੀ ਆਰਾਮ ਨਾਲ ਘੁੰਮ ਰਹੇ ਹਾਂ, ਕੋਈ ਸੋਸ਼ਲ ਡਿਸਟੈਂਸਿੰਗ ਵੀ ਨਹੀਂ ਰੱਖੀ ਜਾ ਰਹੀ, ਤਾਂ ਵੀ ਸਾਨੂੰ ਕੁਛ ਨਹੀਂ ਹੋ ਰਿਹਾ। ਦੇਖੋ ਉਹ ਤਾਂ ਜਿਹੜੇ ਹੈਗੇ ਨੇ ਜਿਹੜੇ ਉਹ ਤਾਂ ਬਹੁਤ ਸਾਰੇ ਨੇ ਜਿਹੜੇ ਕਿ ਮਤਲਬ ਠੀਕ ਨੇ, ਪਰ ਉਹ ਪੇਸ਼ੈਂਟ ਜਿਹੜੇ 100 ਬੰਦਿਆਂ ਨਾਲ ਤੁਸੀਂ ਗੱਲ ਕਰੋ ਅਤੇ ਉਹਨਾਂ ਦੀ ਫੈਮਲੀਜ਼ ਨਾਲ ਗੱਲ ਕਰੋ ਕਿ ਉਹ ਕਿਸ ਹਾਲਾਤ ਤੋਂ ਜਾ ਰਹੇ ਨੇ, ਕਿ ਉਹ ਪੇਸ਼ੈਂਟ ਇਕੱਲਾ ਉੱਥੇ ਹੁੰਦਾ, ਅਟੈਂਡੈਂਟਸ ਜਿਹੜੇ ਹੈਗੇ ਨੇ ਬਾਹਰ ਹੁੰਦੇ ਨੇ, ਐਂਡ ਉਹ ਪੇਸ਼ੈਂਟ ਸੀਰੀਅਸ ਹੈਗੇ ਨੇ, ਆਕਸੀਜਨ 'ਤੇ ਹੈਗੇ ਨੇ। ਉਹ 100 ਪੇਸ਼ੈਂਟ ਆਪਾਂ ਕਿਵੇਂ ਭੁੱਲ ਸਕਦੇ ਹਾਂ ਕਿ ਵਾਕਈ ਹੈਗੇ ਨੇ ਆਕਸੀਜਨ 'ਤੇ? ਜੇ ਤਾਂ ਬਿਮਾਰੀ ਨਾ ਹੁੰਦੀ ਤਾਂ ਇਹ ਕਿਉਂ ਪੇਸ਼ੈਂਟ ਸਾਡੇ ਐਡਮਿਟ ਹੁੰਦੇ? ਸੋ ਵਾਕਈ ਇਹ ਬਿਮਾਰੀ ਹੈਗੀ ਹੈ। 100 ਪੇਸ਼ੈਂਟ ਬਹੁਤ ਹੁੰਦਾ ਹੈ, ਜਿੰਦੇ ਘਰ ਦਾ ਪੇਸ਼ੈਂਟ ਜਿਹੜਾ ਹੈਗਾ ਸੀਰੀਅਸ ਹੁੰਦਾ ਹੈ, ਉਹ ਸਭ ਤੋਂ ਜ਼ਿਆਦਾ ਉਹਨੂੰ ਪੁੱਛਣਾ ਚਾਹੀਦਾ ਹੈ ਕਿ ਵਾਕਈ ਇਹ ਬਿਮਾਰੀ ਹੈ ਕਿ ਨਹੀਂ। ਇਹ ਬਿਮਾਰੀ ਮਤਲਬ ਜਿਹੜੀ ਕਿਹਨੂੰ ਕਿਵੇਂ ਖਰਾਬ ਕਰੇਗੀ ਇਹ ਕਿਸੇ ਨੂੰ ਨਹੀਂ ਪਤਾ। ਤੇ ਹੁਣ ਪ੍ਰੀਕਾਸ਼ਨਸ ਦੱਸੋ। ਵੈਸੇ ਕਰੋਨਾ ਦੇ ਪ੍ਰੀਕਾਸ਼ਨਸ ਆਪਾਂ ਬਾਰ-ਬਾਰ ਦੱਸਦੇ ਹਾਂ, ਲੋਕਾਂ ਨੂੰ ਪਤਾ ਹੀ ਹੈ। ਹੁਣ ਸੈਕਿੰਡ ਵੇਵ ਤੋਂ ਬਚਣ ਲਈ ਕੀ ਕਰਨਾ ਚਾਹੀਦਾ? ਦੇਖੋ ਸੈਕਿੰਡ ਵੇਵ ਤੋਂ ਬਚਣ ਲਈ 3 ਚੀਜ਼ਾਂ ਤਾਂ ਹੈ ਹੀ ਨੇ ਕਿ ਇੱਕ ਆਪਣਾ ਮਾਸਕ ਹੈਗਾ, ਮਾਸਕ ਬੇਸ਼ੱਕ ਕੱਪੜੇ ਦਾ ਪਾਓ, ਉਸ ਤੋਂ ਬੈਟਰ ਜਿਹੜਾ ਹੈਗਾ ਸਰਜੀਕਲ ਮਾਸਕ ਹੁੰਦਾ ਹੈ, ਉਸ ਤੋਂ ਬੈਟਰ N95 ਮਾਸਕ ਹੈ, ਜਿਹੜਾ ਕਿ ਹੈਲਥ ਕੇਅਰ ਵਰਕਰਸ ਨੇ ਜਾਂ ਜਿਹੜੇ ਪੇਸ਼ੈਂਟ ਦੇ ਨੇੜੇ ਜਾਂਦੇ ਨੇ ਹਸਪੀਟਲ ਵਿੱਚ ਨੇ ਉਹਨਾਂ ਨੂੰ ਰਿਕਮੈਂਡਡ ਹੈ ਕਿ N95 ਮਾਸਕ ਪਾਉਣਾ ਚਾਹੀਦਾ ਹੈ। ਪਲੱਸ ਇੱਕ ਹੋਰ ਹੈਗਾ ਕਿ ਜਿਹੜਾ ਹੈਗਾ ਨਾਲ ਫੇਸ ਸ਼ੀਲਡ ਵੀ ਯੂਜ਼ ਕਰਨੀ ਚਾਹੀਦੀ ਹੈ, ਖਾਸ ਕਰ ਜਿਹੜੇ ਪੇਸ਼ੈਂਟ ਕੇਅਰ ਵਿੱਚ ਰਿਲੇਟਡ ਨੇ। ਨੰਬਰ 2 'ਤੇ ਹੈਗਾ ਜਿਹੜੀ ਸੋਸ਼ਲ ਡਿਸਟੈਂਸਿੰਗ। ਹੁਣ ਸੋਸ਼ਲ ਡਿਸਟੈਂਸਿੰਗ 1 ਮੀਟਰ ਘੱਟੋ ਘੱਟ, ਵੈਸੇ ਬੈਟਰ ਇਹ ਹੈਗਾ ਕਿ 2 ਮੀਟਰ 'ਤੇ ਹੀ ਆਪਾਂ ਰਹੀਏ ਐਂਡ ਦੂਰੋਂ ਗੱਲ ਕਰੀਏ। ਨਾਲ ਬੈਠ ਕੇ ਰੋਟੀ ਚਾਹ ਬਗੈਰ ਮਾਸਕ 'ਤੇ ਇਹ ਸਭ ਤੋਂ ਵੱਡਾ ਰਿਸਕ ਫੈਕਟਰ ਹੈ। ਸੋ ਕੋਈ ਮਤਲਬ ਜਿਹੜੇ ਆਫਿਸ ਵਿੱਚ ਹੈਗੇ ਨੇ, ਕੋਈ ਟੀਮਸ ਹੈਗੀਆਂ ਨੇ, ਨਾਲ ਰੋਟੀ ਮਤਲਬ ਇਕੱਲੇ ਰੋਟੀ ਖਾਣ, ਇਕੱਲੇ ਆਪਣੀ ਚਾਹ ਪੀਣ, ਇੱਕੋ ਕਮਰੇ ਵਿੱਚ ਜਿਹੜਾ ਹੈਗਾ ਉਹ ਨਾਲ ਜਿਹੜਾ ਹੈਗਾ ਨਹੀਂ ਖਾਣਾ, ਕਿਉਂਕਿ ਉਹਦੇ ਨਾਲ ਹੋਰ ਚਾਂਸਸ ਵੱਧ ਜਾਂਦੇ ਨੇ। ਇੱਕ ਹੋਰ ਗੱਲ ਕਹੀ ਜਾ ਰਹੀ ਹੈ, ਸਾਲਗਿਰਾ ਵੀ ਵੈਸੇ ਕਰੋਨਾ ਦੀ ਮਨਾਈ ਗਈ ਹੈ 1-2 ਦਿਨ ਪਹਿਲਾਂ। ਵੈਸੇ ਮਨਾਈ ਗਈ ਕਹਿਣਾ ਨਹੀਂ ਚਾਹੀਦਾ ਵੀ ਇੱਕ ਦੁਖਾਂਤ ਚੀਜ਼ ਹੀ ਹੈ, ਤੇ ਸਾਲਗਿਰਾ ਵੀ ਉਹਦੀ ਪੂਰੀ ਹੋ ਗਈ। ਤੇ ਹੁਣ ਕਹਿ ਰਹੇ ਵੀ ਕਰੋਨਾ ਦੀ 3rd ਸਟੇਜ, ਇਹ 3rd ਸਟੇਜ ਦਾ ਕੀ ਮਤਲਬ ਹੋਇਆ? 3rd ਦਾ ਹੈਗਾ ਕਿ ਹੁਣ ਜਿਹੜਾ ਹੈਗਾ ਫਸਟ ਇਨੀਸ਼ੀਅਲ ਜਿਹੜੀ ਸੀ ਸਟੇਜ ਮਤਲਬ ਉਸ ਟਾਈਮ ਡਿਵੈਲਪ ਹੋਈ ਹੈ, ਫਿਰ ਸੈਕਿੰਡ ਜਿਹੜੀ ਵੇਵ ਦਾ ਹੈਗਾ ਹੁਣ ਸਟੇਜ ਜਿਹੜਾ ਹੈਗਾ ਕਿ ਹੁਣ ਨੈਕਸਟ ਹੈਗਾ ਕਿ ਇਹ ਕਿਵੇਂ ਹੋਰ ਜ਼ਿਆਦਾ ਨਾ ਅਫੈਕਟ ਕਰੇ ਜਾਂ ਕਿਵੇਂ ਬਿਹੇਵ ਕਰੇਗੀ, ਇਹ ਥੋੜ੍ਹਾ ਅਨਪ੍ਰੈਡਿਕਟੇਬਲ ਹੈ। ਦੈਟ ਇਜ਼ ਦੀ ਨੈਕਸਟ ਜਿਹੜੀ ਸਟੇਜ ਹੈਗੀ ਹੈ। ਉਸ ਤੋਂ ਜਿਹੜਾ ਇੱਕ ਹੋਰ ਚੀਜ਼ ਮੈਂ ਕਹਿਣਾ ਚਾਹਾਂਗਾ ਕਿ ਟੈਸਟਿੰਗ ਦਾ, ਹੁਣ ਟੈਸਟਿੰਗ ਦਾ ਜਿਹੜਾ ਹੈਗਾ ਕਿਉਂ ਜ਼ਰੂਰੀ ਹੈ ਕਿ ਟੈਸਟ ਕਰਾਈਏ, ਖਾਸ ਕਰ ਜਿਹੜਾ ਨੂੰ ਮਤਲਬ ਸ਼ੱਕ ਹੈ ਕਿ ਮਤਲਬ ਜਿਹੜਾ ਟੈਸਟ ਹੈਗਾ, ਕਿਉਂਕਿ ਜੇ ਤੁਹਾਨੂੰ ਇੱਕ ਵਾਰੀ ਫੈਮਿਲੀ 'ਚ ਕਿਸੇ ਨੂੰ ਪਤਾ ਲੱਗ ਜਾਏ ਕਿ ਵੀ ਹਾਂ ਜਵਾਨ ਬੰਦੇ ਕੀ ਹੋਇਆ ਹੈ, ਬੇਸ਼ੱਕ ਉਹ ਤਾਂ ਥੋੜ੍ਹੀ ਬਿਮਾਰੀ ਹੈ, ਮਾਈਲਡ ਡਿਜ਼ੀਜ਼ ਨਾਲ ਬਚ ਜਾਏਗਾ, ਪਰ ਉਹਦੇ ਘਰ ਬਜ਼ੁਰਗ ਹੈਗੇ ਨੇ, ਉਹਨਾਂ ਨੂੰ ਬਚਾਉਣਾ ਬੜਾ ਜ਼ਰੂਰੀ ਹੈ ਤਾਂ ਕਿ ਉਹਨਾਂ ਨੂੰ ਤੱਕ ਇਨਫੈਕਸ਼ਨ ਨਾ ਪਤ ਜਾਏ। ਕਿਉਂਕਿ ਜ਼ਿਆਦਾ ਚਾਂਸ ਹੈਗੇ ਸ਼ੂਗਰ ਵਾਲੇ ਪੇਸ਼ੈਂਟਸ ਨੂੰ, ਜ਼ਿਆਦਾ ਚਾਂਸ ਨੇ ਬਜ਼ੁਰਗਾਂ ਨੂੰ ਕਿ ਜੇ ਉਹਨਾਂ ਨੂੰ ਇਨਫੈਕਸ਼ਨ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਸੀਰੀਅਸ ਇਨਫੈਕਸ਼ਨ ਹੋਣ ਦਾ ਰਿਸਕ ਜ਼ਿਆਦਾ ਹੈ। ਸੋ 4th ਇੱਕ ਜਿਹੜੀ ਹੈਗੀ ਹੈ ਕਿ ਟੈਸਟ ਕਰਾ ਕੇ ਇਹ ਪਤਾ ਕਰ ਲਓ ਕਿ ਹਾਂ ਕਰੋਨਾ ਹੈਗਾ ਕਿ ਨਹੀਂ ਹੈਗਾ, ਤਾਂ ਕਿ ਦੂਜਿਆਂ ਤੋਂ ਆਪਣੇ ਫੈਮਿਲੀ ਵਾਲਿਆਂ ਤੋਂ ਬਚਾ ਸਕੀਏ ਅਤੇ ਆਪਾਂ ਆਈਸੋਲੇਸ਼ਨ ਵਿੱਚ ਚਲੇ ਜਾਈਏ। ਸਰ ਮੈਨੂੰ ਇੱਕ ਗੱਲ ਇਹ ਦੱਸੋ ਵੀ ਹੁਣ ਅਕਤੂਬਰ ਇੱਕ ਟਾਈਪ ਦਾ ਲੋਕਾਂ ਦਾ ਬਹੁਤ ਵਧੀਆ ਗਿਆ ਵੀ ਕਰੋਨਾ ਇੱਕ ਟਾਈਪ ਦਾ ਲੋਕਾਂ ਨੇ ਸੋਚ ਲਿਆ ਵੀ ਖਤਮ ਹੋ ਗਿਆ। ਨਵੰਬਰ ਵੀ ਮਿਡ ਤੱਕ ਦੇਖੀਏ ਤਾਂ ਕੇਸਿਸ ਬਹੁਤ ਹੀ ਘੱਟ ਆ ਰਹੇ ਸੀ, ਬਟ ਨਵੰਬਰ ਜਦੋਂ ਐਂਡ ਆਉਣਾ ਸ਼ੁਰੂ ਹੋਇਆ ਤਾਂ ਕੇਸਿਸ ਥੋੜ੍ਹੇ ਜਿਹੇ ਵਧਣੇ ਸ਼ੁਰੂ ਹੋ ਗਏ। ਹੁਣ ਲੋਕਾਂ ਦਾ ਦਸੰਬਰ ਤੇ ਨਵਾਂ ਸਾਲ ਕਿੱਦਾਂ ਦਾ ਬੀਤੇਗਾ, ਕਿੰਨੇ ਕੁ ਕੇਸ ਆ ਸਕਦੇ? ਦੇਖੋ ਆਸ ਤਾਂ ਹੈਗੀ ਹੈ, ਆਸ ਤਾਂ ਇਹੀ ਕਰਾਂਗਾ ਕਿ ਇੱਦਾਂ ਹੀ ਰਹਿ ਕੇ ਥੋੜ੍ਹਾ ਘਟਣਾ ਸ਼ੁਰੂ ਹੋ ਜਾਏ। ਟ੍ਰੈਂਡ ਆਪਣਾ ਜਿਹੜਾ ਹੈਗਾ ਜੇ ਤਾਂ ਵੈਕਸੀਨ ਆ ਜਾਂਦੀ ਹੈ, ਉਸ ਤੋਂ ਪਹਿਲਾਂ ਫਾਈਜ਼ਰ ਦੀ ਸੁਣਿਆ ਕਿ ਮਤਲਬ ਕਾਫੀ ਹੱਦ ਤੱਕ ਐਡਵਾਂਸ ਸਟੇਜ ਵਿੱਚ ਹੈਗੀ ਹੈ, ਹੋਰ ਵੀ ਕੁਝ ਵੈਕਸੀਨਸ ਨੇ ਆ ਜਾਂਦੀ ਹੈ, ਸ਼ੁਰੂ ਹੋ ਜਾਂਦੀ ਹੈ, ਫਿਰ ਤਾਂ ਚਾਂਸ ਹੈ ਕਿ ਘਟ ਜਾਏਗਾ। ਸਰਦੀਆਂ ਵਿੱਚ ਇਹ ਸਾਰੇ ਵਾਇਰਲ ਇਲਨੈਸਿਸ H1N1 ਜਿਵੇਂ ਫਲੂ ਹੈਗਾ, ਇਹ ਚੀਜ਼ਾਂ ਵੱਧਦੀਆਂ ਨੇ ਕਿਉਂਕਿ ਲੋਕ ਜ਼ਿਆਦਾ ਅੰਦਰ ਰਹਿਣਾ ਸ਼ੁਰੂ ਕਰਦੇ ਨੇ ਐਂਡ ਇਸ ਇਨਵਾਇਰਮੈਂਟ ਵਿੱਚ ਇਨਫੈਕਸ਼ਨ ਦੇ ਚਾਂਸਿਸ ਵਧਣ ਦਾ ਹੁੰਦਾ ਹੈ। ਔਨ ਦੀ ਅਦਰ ਹੈਂਡ ਕਿਉਂਕਿ ਆਪਣੇ ਹਰਡ ਇਮਿਊਨਿਟੀ ਇੱਕ ਹੋਪ ਹੈਗੀ ਕਿ ਹਰਡ ਇਮਿਊਨਿਟੀ ਸ਼ਾਇਦ ਹੁਣ ਹੋਰ ਡਿਵੈਲਪ ਹੋ ਗਈ ਹੋਏਗੀ, ਅਤੇ ਮੇ ਬੀ ਹੋਪ ਇਹ ਹੈਗੀ ਹੈ ਕਿ ਇਸੇ 'ਤੇ ਹੀ ਮਤਲਬ 100 ਕੇਸ 'ਤੇ ਹੀ ਰਹੇ
ਤੇ ਇਸ ਤੋਂ ਬਾਅਦ ਮਤਲਬ ਥੋੜੀ ਘਟਣੀ ਸ਼ੁਰੂ ਹੋ ਜੇ। ਬਟ ਤਿਆਰੀ ਫਿਰ ਵੀ ਪੁਰਾਣੇ ਜਿਵੇਂ ਹੈਗਾ ਸੀ ਜਦੋਂ ਪੀਕ ਸੀ ਉਹਦੀ ਰੱਖਣੀ ਚਾਹੀਦੀ ਹੈ। ਤੁਸੀਂ ਵੈਕਸੀਨ ਦੀ ਗੱਲ ਕੀਤੀ, ਬਾਰ-ਬਾਰ ਅਸੀਂ ਦੇਖ ਰਹੇ ਹਾਂ, ਫੇਸਬੁੱਕ ਖੋਲ੍ਹਦੇ ਹਾਂ, ਆਹ ਵੈਕਸੀਨ ਆ ਗਈ, ਉੱਥੋਂ ਵੈਕਸੀਨ ਆ ਗਈ, ਇਸ ਲਈ ਦੇਸ਼ ਤੋਂ ਆ ਗਈ, ਰਸ਼ੀਆ ਤੋਂ ਆ ਗਈ, ਕਿੱਥੋਂ ਕਿੱਥੋਂ ਵੈਕਸੀਨ ਆ ਗਈ। ਕੋਈ ਲਾਭਦਾਇਕ ਵੈਕਸੀਨ ਹਜੇ ਤੱਕ ਆਈ ਹੈ? ਜੇ ਆਏਗੀ ਤਾਂ ਕਦੋਂ ਤੱਕ ਆਏਗੀ? ਇਸ ਟਾਈਮ ਤੇ ਨਹੀਂ ਆਈ ਹੈ ਕੋਈ। ਹੁਣ ਜਿਹੜੀ ਲਾਸਟ ਜਿਹੜੀ ਹੈਗੀ ਉਹ ਫਾਈਜ਼ਰ ਦੀ ਸੀ, ਉਹਨਾਂ ਨੇ ਕਾਫੀ ਵੋਲੰਟੀਅਰਸ ਤੇ ਉਹਨਾਂ ਦੀ ਸਟੇਜ 4 ਤੇ ਹੈਗੀ ਹੈ, ਤੇ ਉਹ ਜਿਹੜੀ ਹੈਗੀ ਫੇਜ਼ 4 ਤੇ ਵੈਕਸੀਨ ਹੈ। ਐਂਡ ਉਹਨਾਂ ਨੇ ਕਾਫੀ ਹੈਲਦੀ ਇੰਡੀਵਿਜੂਅਲਸ ਨੂੰ ਐਨਰੋਲ ਕੀਤਾ ਉਸ ਵੈਕਸੀਨ ਵਾਸਤੇ। ਉਸ ਤੋਂ ਬਾਅਦ ਉਹ ਰਿਜ਼ਲਟ ਜੇ ਪੋਜ਼ਿਟਿਵ ਆਉਂਦਾ ਹੈ, ਕਿਉਂਕਿ ਹਮੇਸ਼ਾ ਧਿਆਨ ਰੱਖਣਾ ਕਿ ਇਹ ਵੈਕਸੀਨ ਕੁਝ ਥੋੜ੍ਹੇ ਲੋਕਾਂ ਵਾਸਤੇ ਨਹੀਂ, ਇਹ ਪੂਰੇ ਬਹੁਤ ਕਰੋੜਾਂ ਲੋਕਾਂ ਵਾਸਤੇ ਬਣਨੀ ਹੈ। ਤੇ ਜਦੋਂ ਤੱਕ ਇਹ ਇਫੈਕਟਿਵ ਪ੍ਰੂਵ ਨਹੀਂ ਹੁੰਦੀ, ਲਾਉਣ ਦਾ ਕੋਈ ਫਾਇਦਾ ਨਹੀਂ। ਸੋ ਟਾਈਮ ਲੱਗੇਗਾ ਆਈ ਥਿੰਕ ਬਾਏ, ਜੇ ਤੇ ਉਹ ਪੋਜ਼ਿਟਿਵ ਰਿਜ਼ਲਟ ਆ ਜਾਂਦਾ ਹੈ ਤੇ ਅਗਲੇ 2-3 ਮਹੀਨੇ ਵਿੱਚ ਵੈਕਸੀਨ ਸ਼ੁਰੂ ਹੋ ਜਾਣੀ ਚਾਹੀਦੀ ਹੈ। ਤੇ ਅੰਤ 'ਚ ਮੈਂ ਇਹੀ ਸਵਾਲ ਪੁੱਛਣਾ ਚਾਹਾਂਗਾ ਵੀ ਬੈਟਸ ਦੀ ਤਿਆਰੀ ਸਭ ਕੁਝ ਹੈਗਾ ਹੁਣ? ਬੈਟਸ ਵੈਸੇ ਮੈਂ ਇੱਕ ਵਾਰੀ ਤੁਹਾਡੇ ਕੋਲ ਪੁੱਛਿਆ ਸੀ ਪਹਿਲਾਂ ਵੀ ਤਿਆਰੀ ਬਾਰੇ, ਬਟ ਬੈਟਸ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਸੀ ਪਿਛਲੀ ਵਾਰੀ। ਬੈਟਸ ਹੈ ਲੁਧਿਆਣੇ 'ਚ ਹੁਣ ਉਸ ਤਰੀਕੇ ਨਾਲ ਬੈਟਸ ਹੈ? ਬੈੱਡ ਤਾਂ ਅਵੇਲੇਬਲ ਹੈਗੇ ਹੀ ਨੇ, ਬੈੱਡ ਅਵੇਲੇਬਲ ਨੇ, ਵੈਂਟੀਲੇਟਰ ਪਹਿਲਾਂ ਨਾਲੋਂ ਵੱਧ ਗਏ ਨੇ, ਮਤਲਬ ਜਿਹੜੀ ਹੈਗੀ ਹੈ। ਸੋ ਉਸ ਹਿਸਾਬ ਨਾਲ ਤਿਆਰੀ ਜਿਹੜੀ ਹੈਗੀ ਹੈ, ਪਹਿਲਾਂ ਵੀ DMC ਮਤਲਬ ਪਹਿਲਾਂ ਉਸ ਸਟੇਜ 'ਤੇ ਸੀ ਕਿ ਸਾਰੇ ਮਤਲਬ ਅਸੀਂ ਕਾਫੀ ਹੱਦ ਤੱਕ ਮਤਲਬ ਜਿਹੜਾ ਹੈਗਾ ਸੰਭਾਲਿਆ ਸੀ। ਬਾਕੀ ਹੌਸਪੀਟਲਸ ਦਾ ਵੀ ਕੰਟਰੀਬਿਊਸ਼ਨ ਹੈਗਾ ਸੀ ਤੇ ਉਹਨਾਂ ਨੇ ਵੀ ਕਾਫੀ ਮਤਲਬ ਮਿਹਨਤ ਤੇ ਮਤਲਬ ਉਹਨਾਂ ਨੇ ਕੰਟਰੀਬਿਊਟ ਕੀਤਾ ਹੈ। ਬਟ ਹਾਂ, ਜਿਹੜਾ ਜਿਸ ਟਾਈਪ ਦਾ ਮਤਲਬ ਜਿੰਨਾ ਉਸ ਟਾਈਮ ਮਾਹੌਲ ਸੀ ਕਿ ਬੈੱਡ ਮੁਸ਼ਕਿਲ ਸੀ, ਉਹ ਵਾਲੀ ਸਟੇਜ 'ਤੇ ਜਿਹੜਾ ਹੈਗਾ ਇਜ਼ ਆਲਵੇਜ਼ ਅ ਚੈਲੰਜ। ਬਟ ਹੁਣ ਪਹਿਲਾਂ ਵੀ ਤਿਆਰੀ ਕੀਤੀ ਸੀ, ਹੁਣ ਵੀ ਕਰਾਂਗੇ। ਸੋ ਇਹ ਸਨ ਸਾਡੇ ਨਾਲ ਡਾਕਟਰ ਹਰਮੀਤਪਾਲ ਸਿੰਘ ਧੁਰੀਆ ਜੀ DMC ਤੋਂ। ਇਹਨਾਂ ਨਾਲ ਗੱਲਬਾਤ ਕਰਕੇ ਹਟੇ ਹਾਂ ਤੇ ਇਹਨਾਂ ਨੇ ਦੱਸਿਆ ਵੀ ਸੈਕਿੰਡ ਵੇਵ ਜਿਹੜੀ ਕਰੋਨਾ ਦੀ ਆ ਸਕਦੀ ਹੈ। ਸੋ ਮਾਸਕ ਪਾਣੇ ਅਤੇ ਸੈਨੀਟਾਈਜ਼ਰ ਪਾਣੇ ਜਿਹੜੇ ਹੈ, ਸੈਨੀਟਾਈਜ਼ਰ ਵਰਤਣੇ ਨਾ ਭੁੱਲੋ, ਕਿਉਂਕਿ ਦਿੱਲੀ 'ਚ ਵੀ ਹੁਣ ਦੇਖੇ ਜਾ ਰਹੇ ਆ ਵੀ ਰੋਜ਼ਾਨਾ ਕੇਸ ਕਾਫੀ ਆਉਣੇ ਸ਼ੁਰੂ ਹੋ ਗਏ ਹੈ। ਸੈਕਿੰਡ ਵੇਵ ਉੱਥੇ ਵੀ ਆ ਚੁੱਕੀ ਹੋਈ ਹੈ। ਹੋਰ ਵੀ ਆਸ-ਪਾਸ ਕਰੋਨਾ ਦੇ ਕੇਸਿਸ ਜੇ ਪੂਰੇ ਇੰਡੀਆ 'ਚ ਗੱਲ ਕਰੀਏ ਤਾਂ ਵਧਣੇ ਸ਼ੁਰੂ ਹੋ ਚੁੱਕੇ ਹੈ। ਇਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਅਸੀਂ ਪ੍ਰੇ ਤਾਂ ਇਹੀ ਕਰਦੇ ਹਾਂ ਵੀ ਰੋਜ਼ਾਨਾ ਕੇਸਿਸ ਘਟਦੇ ਜਾਣ, ਪਰ ਉਹ ਤਾਂ ਹੀ ਘਟਣਗੇ ਜੇ ਅਸੀਂ ਪ੍ਰੀਕੋਸ਼ਨਸ ਰੱਖਾਂਗੇ, ਪ੍ਰੀਕੋਸ਼ਨਸ ਵਰਤਾਂਗੇ, ਸੈਨੀਟਾਈਜ਼ਰ ਯੂਜ਼ ਕਰਾਂਗੇ, ਮਾਸਕ ਯੂਜ਼ ਕਰਾਂਗੇ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਲੁਧਿਆਣਾ ਟਾਈਮਸ ਦੇ ਨਾਲ। ਕੈਮਰਾਮੈਨ ਸਤਵੰਤ ਮਠਾਰੂ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।